हाँ जी today our topic is about the reproductive health chapter 4 what is general health की हुंदी हैगी आ एक फिजिकल मैंटल एंड इमोशनल बैलेंस ठीक है फिजिकली emotionally and mentally कोई पर्सन वैल बीइंग आ उन्होंने असीं कह दिंदे हैगे आ कि दैट इज़ अ हैल्दी पर्सन ठीक है सिर्फ ये नहीं है कि एबसेंस ऑफ डिजीज इज़ नोन एज हैल्थ ठीक है एंड हुण इत्थे असीं गल कर रहे हैं रिप्रोडक्टिव हैल्थ की तो ओबवियसली द रिप्रोडक्टिव सिस्टम मस्ट बी देयर ठीक है तो रिप्रोडक्टिव हैल्थ दे विच की हुंदा है कोई भी पर्सन या एनी कपल आफ्टर continuous efforts for conceiving for 2 years and not getting any output मतलब कि they are unable to produce a child even after continuous effort for conception for 2 years or more than 2 years तो उन्होंने असीं कह देवांगे कि रिप्रोडक्टिविकली अनहेल्दी पर्सन आ ठीक है दैट इज़ नॉट अ हेल्दी पर्सन रिप्रोडक्टिविकली ठीक है सो हुण इस चैप्टर दे विच असीं रिप्रोडक्टिव हैल्थ जिहड़ी हैगी आ उहदे बारे पढ़ना हैगा थोड़ा बहुत कि भी किहड़े फैक्टर्स अफैक्ट करते हैगे आ ठीक है साडी पॉपूलेशन नूं किहड़े फैक्टर अफैक्ट करते आ फिर रिप्रोडक्टिव हैल्थ हुंदी की हैगी आ असीं उहनूं किद्दां बैलेंस कर सकते हैगे आ ठीक है इनफर्टिलिटी की हैगी बेसिकली आ जिहड़ी डेफिनेशन है इनफर्टिलिटी डिफाइन करदी आ ठीक है इनफर्टिलिटी कि फर्टिलाइजेशन ना होना दैन फर्टाइल ना होना बेसिकली नॉन फर्टाइल दैन उस तो बाद जिहड़ी यह इनफर्टिलिटी हैगी आ उहनूं असीं जदों क्योर करदे हैगे आ ठीक है इनफर्टिलिटी दे क्योर मैथड्स आ वो असीं इस चैप्टर च पढ़ने हैगे ठीक सो फर्स्ट ऑफ ऑल आपां करदे हैगे आ कि पॉपूलेशन जिहड़ी हैगी आ साडे कोले ग्रोथ ਉਹਦੇ ਕੌਨਸੀਕੁਐਂਸਿਸ ਕੀ ਆ ਜਿਸ ਰੈਪਿਡ ਮੈਥਡ ਦੇ ਨਾਲ ਪਾਪੂਲੇਸ਼ਨ ਗਰੋ ਹੋ ਰਹੀ ਆ ਉਹਦੇ ਕੀ ਇਫੈਕਟਸ ਹੋ ਸਕਦੇ ਹੈਗੇ ਆ ਠੀਕ ਆ ਪਹਿਲਾਂ ਤਾਂ ਉਹਦੇ ਰੀਜ਼ਨਸ ਕੀ ਹੈਗੇ ਆ ਫਸਟ ਆਫ ਆਲ ਦਾ ਕਾਜ਼ਸ ਕੀ ਹੈਗੇ ਆ ਕਾਜ਼ਸ ਆਰ ਨੰਬਰ 1 ਕੀ ਹੋ ਸਕਦੇ ਹੈਗੇ ਆ अनअवेयरनेस ठीक है अवेयर नहीं हैगे लोग के भी पापूलेशन जिहड़ी हैगी उहदे वधन नाल की हो सकदा है की चेंजेस हो सकदियां हैगियां ने होर की हो सकदे आ होर दसो लिटरेसी रेट भी इफेक्ट करदा या नहीं करदा लिटरेसी रेट इफेक्ट पापूलेशन नूं अनपढ़ता या पढ़े लिखे होना इफेक्ट करता है डज इट इफेक्ट द पॉपूलेशन यस और नो ओके दैन उस तो बाद जिहड़ी पॉपूलेशन ग्रोथ आ हुण अजकल दे टाइम दे विच इह डिजीज़ कंट्रोल दे नाल भी रिलेट कर सकते हैं डिजीज़ कंट्रोल्स
डिजीज़ ਜਿਹੜੀਆਂ ਹੈਗੀਆਂ ਹੁਣ ਵੀ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਉਹ ਅੰਡਰ ਕੰਟਰੋਲ ਆ ਤੇ ਓਬਵੀਅਸਲੀ ਡੈਥ ਘੱਟ ਹੁੰਦੀਆਂ ਆ ਤਾਂ ਪਾਪੂਲੇਸ਼ਨ ਵੱਧਦੀ ਪਈ ਆ ਹੈ ਜਾਂ ਨਹੀਂ ਇਹੀ ਚੀਜ਼ ਆ ਦੈਨ ਹੋਰ ਕੀ ਹੋ ਸਕਦਾ ਆ ਹੋਰ ਕੀ ਹੋ ਸਕਦਾ ਹੋਰ ਕਿਹੜੀ ਵਜ੍ਹਾ ਨਾਲ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ ਬੇਸਿਕਲੀ ਤਾਂ ਇਹੀ ਮੇਨ ਫੈਕਟਰਸ ਆ ਹੈ ਨਾ ਤੇ ਹੁਣ ਅਸੀਂ ਇੱਥੇ ਗੱਲ ਕਰਦੇ ਹੈਗੇ ਆ ਇਹਦੇ ਇਫੈਕਟਸ ਦੀ ਜਿਹੜੀ ਇਹੀ ਪਾਪੂਲੇਸ਼ਨ ਜਿਹੜੀ ਗਰੋ ਹੋਈ ਆ ਇਹਦੇ ਇਫੈਕਟ ਕੀ ਹੋ ਸਕਦੇ ਹੈਗੇ ਆ ਇਫੈਕਟਸ ਫਸਟ ਆਫ ਆਲ ਜਿਹੜੀ ਅਸੀਂ ਅਨਅਵੇਅਰਨੈਸ ਦੀ ਗੱਲ ਕੀਤੀ ਸੀ ਕਿ ਲੋਕੀ ਅਵੇਅਰ ਨਹੀਂ ਹੈਗੇ ਪਾਪੂਲੇਸ਼ਨ ਗਰੋ ਹੋ ਰਹੀ ਆ ਉਹਦਾ ਅਸਰ ਕੀ ਪੈ ਰਿਹਾ ਅਨਅਵੇਅਰਨੈਸ ਨਾਲ ਜਾਂ ਡਿਜ਼ੀਜ਼ ਕੰਟਰੋਲ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਪਾਪੂਲੇਸ਼ਨ ਇਨਕਰੀਜ਼ ਹੋਈ ਆ ਪਾਪੂਲੇਸ਼ਨ ਹਾਈ ਪਾਪੂਲੇਸ਼ਨ ਦੇ ਇਫੈਕਟ ਕੀ ਆ ਰਹੇ ਹੈਗੇ ਵਟ ਆਰ ਦ ਇਫੈਕਟਸ ਆਫ ਦੈਟ ਹਾਈ ਪਾਪੂਲੇਸ਼ਨ ਠੀਕ ਆ ਉਹ ਜਿਹੜੀ ਪਾਪੂਲੇਸ਼ਨ ਆ ਉਹਦੇ ਕੀ ਇਫੈਕਟ ਆ ਰਹੇ ਹੈਗੇ ਆ ਫਸਟ ਆਫ ਆਲ ਇਜ਼ ਦਾ ਅਨਇੰਪਲੋਇਮੈਂਟ ਵਟ ਅਨਇੰਪਲੋਇਮੈਂਟ ਜਿੱਥੇ ਇੱਕ ਪੋਜੀਸ਼ਨ ਆ ਕੋਈ ਇੱਕ ਪੋਸਟ ਆ ਖਾਲੀ ਉਹਦੇ ਲਈ 4 ਜਣੇ ਕੰਪੀਟੀਸ਼ਨ 'ਚ ਖੜੇ ਹੈਗੇ ਆ ਹੈ ਨਾ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਆ ਤੇ ਜੌਬਸ ਘੱਟ ਆ ਠੀਕ ਆ ਦੂਸਰੇ ਨੰਬਰ ਦੇ ਉੱਤੇ ਸਪੇਸ ਸ਼ਾਰਟੇਜ ਆਫ ਸਪੇਸ ਰਹਿਣ ਵਾਲੀਆਂ ਜਗ੍ਹਾ ਦੀ ਕਮੀ ਆ ਰਹੀ ਆ ਪਾਪੂਲੇਸ਼ਨ ਵੱਧ ਰਹੀ ਹੈਗੀ ਆ ਤੇ ਕੰਪੀਟੀਸ਼ਨ ਇਨਕਰੀਜ਼ ਹੋ ਰਿਹਾ ਆ ਇੱਕ ਜਗ੍ਹਾ ਦੇ ਉੱਤੇ ਰਹਿਣ ਵਾਲੇ ਲੋਕ ਜ਼ਿਆਦਾ ਹੈਗੇ ਨੇ ਐਂਡ ਉਹ ਕੰਜਸਟਡ ਏਰੀਆਜ਼ ਬਣਾ ਰਿਹਾ ਆ ਠੀਕ ਆ ਦੈਨ ਫੂਡ ਸਪਲਾਈ ਘਟ ਰਹੀ ਆ ਫੂਡ ਸਪਲਾਈ ਫੂਡ ਸਪਲਾਈ ਜਿਹੜੀ ਹੈਗੀ ਆ ਦੈਟ ਇਜ਼ ਲੋ ਕਿਉਂਕਿ ਜਿਹੜਾ ਨੈਚੁਰਲ ਚੀਜ਼ਾਂ ਜੋ ਬਣ ਰਹੀਆਂ ਹੈਗੀਆਂ ਨੇ ਹੈ ਨਾ ਨੇਚਰ ਦੇ ਰਹੀ ਆ ਸਾਨੂੰ ਉਹਦਾ ਲੈਵਲ ਤਾਂ ਨਹੀਂ ਉਨਾ ਇਨਕਰੀਜ਼ ਕੀਤਾ ਪਾਪੂਲੇਸ਼ਨ ਵੱਧ ਹੈਗੀ ਆ ਤਾਂ ਫੂਡ ਦੀ ਸਕੈਰਸਿਟੀ ਹੋ ਗਈ ਠੀਕ ਆ ਓਬਵੀਅਸ ਜੀ ਗੱਲ ਆ ਕਿ ਜਿੱਥੇ ਇੱਕ ਚੀਜ਼ ਨੂੰ ਖਾਣ ਦੇ ਲਈ ਕੋਈ ਇੱਕ ਪਰਸਨ ਹੈਗਾ ਆ ਉੱਥੇ ਜੇ 10 ਜਣੇ ਹੈਗੇ ਆ ਹੋਰ ਤੋਂ ਡਿਵਾਈਡ ਕਰਕੇ ਥੋੜੀ ਆਊਗੀ ਉਹਨਾਂ 'ਚ ਹੈ ਨਾ ਦੈਨ ਉਸ ਤੋਂ ਬਾਅਦ ਫੂਡ ਸਪਲਾਈ ਤੋਂ ਨੈਕਸਟ ਪੁਆਇੰਟ ਹੈਗਾ ਆ ਸਾਡੇ ਕੋਲੇ ਐਜੂਕੇਸ਼ਨ ਵੀ ਹਰ ਇੱਕ ਅੱਜ ਕੱਲ੍ਹ ਜਿਹੜੇ ਐਜੂਕੇਸ਼ਨਲ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਲਿਮਿਟਡ ਸੀਟਸ ਹੁੰਦੀਆਂ ਹੈ ਨਾ ਅਤੇ ਕੰਪੀਟੀਸ਼ਨ ਇਨਕਰੀਜ਼ ਕਰ ਗਿਆ ਫਿਰ ਤੁਹਾਡਾ ਜਦੋਂ ਤੁਹਾਡੇ ਵਿੱਚ ਕੰਪੀਟੀਸ਼ਨ ਆ ਗਿਆ ਤੇ ਫਿਰ ਤੁਸੀਂ ਕੰਪੀਟ ਕਰਕੇ ਹੀ ਉਸ ਇੱਕ ਪੋਜੀਸ਼ਨ ਤੱਕ ਜਾ ਸਕੋਗੇ ਐਜੂਕੇਸ਼ਨ ਐਂਡ ਅਨਇੰਪਲੋਇਮੈਂਟ ਦੀਜ਼ ਆਰ ਕੋ-ਰਿਲੇਟਡ ਥਿੰਗਸ ਇੱਕ ਦੂਸਰੇ ਨਾਲ ਰਿਲੇਟ ਕਰ ਗਈਆਂ ਐਂਡ ਸਮਹਾਉ ਸਪੇਸ ਵੀ ਵਿੱਚ ਆ ਗਈ ਐਜੂਕੇਸ਼ਨਲ ਇੰਸਟੀਚਿਊਟ 'ਚ ਸਪੇਸ ਹੋਊਗੀ ਤਾਂ ਉਹ ਅਲਾਓ ਕਰਨਗੇ ਅਗਲੀ ਜਨਰੇਸ਼ਨ ਨੂੰ ਜਾਂ ਤੁਹਾਡੇ ਨਾਲ ਜੋ ਵੀ ਤੁਹਾਡੇ ਹੈਗੇ ਆ ਫਰੈਂਡਸ ਐਂਡ ਆਲ ਹੈ ਨਾ ਤੇ ਪਾਪੂਲੇਸ਼ਨ ਗਰੋਥ ਦੇ ਇਹ ਇਫੈਕਟਸ ਹੋਏ ਠੀਕ ਆ consequences of population overpopulation ਠੀਕ ਆ ਹੁਣ ਅਸੀਂ ਇਹ ਜਿਹੜਾ ਹੈਗਾ ਆ ਅੱਛਾ ਇਸ ਤੋਂ ਇਲਾਵਾ ਹੋਰ ਵੀ ਕਈ ਹੈਗੇ ਨੇ ਹੋਰ ਲਾਈਕ ਜਿੱਦਾਂ ਹਾਈਜੀਨ ਪੋਲਿਊਸ਼ਨ ਇਹਨਾਂ ਨੂੰ ਮੈਂ ਰੇਜ਼ ਕਰਦਾ ਹਾਈਜੀਨਿਕ ਕੰਡੀਸ਼ਨਸ ਲੋ ਹੋ ਗਈਆਂ ਠੀਕ ਹੈ ਕਿਉਂਕਿ ਜਿੱਥੇ ਜ਼ਿਆਦਾ ਪਾਪੂਲੇਸ਼ਨ ਹੁੰਦੀ ਤੁਸੀਂ ਨੋਟਿਸ ਕੀਤਾ ਹੋਣਾ ਕਿ ਉਹ ਏਰੀਆਜ਼ ਜ਼ਿਆਦਾ ਗੰਦੇ ਹੋਣ ਲੱਗ ਗਏ ਆ ਹੈ ਨਾ ਦੈਨ ਉਸ ਤੋਂ ਬਾਅਦ ਪੋਲਿਊਸ਼ਨ ਇਨਕਰੀਜ਼ ਹੋ ਗਿਆ ਠੀਕ ਆ ਅਸੀਂ ਮੋਰਲ ਆਪਣੀਆਂ ਵੈਲਿਊਜ਼ ਜਿਹੜੀਆਂ ਡਿਊਟੀਜ਼ ਹੈਗੀਆਂ ਉਹ ਭੁੱਲ ਚੁੱਕੇ ਆ ਅਸੀਂ ਪੋਲਿਊਸ਼ਨ ਮਤਲਬ ਵੀ ਆਰ ਆਪਾਂ ਹੀ ਆ ਸਾਰੇ ਜਣੇ ਜੋ ਕਰ ਰਹੇ ਹੈਗੇ ਆ ਹੈ ਨਾ ਦੈਨ ਉਸ ਤੋਂ ਬਾਅਦ ਪ੍ਰਾਈਜ਼ ਰਾਈਜ਼ ਇਜ਼ ਆਲਸੋ consequence of overpopulation ठीक है प्राइस राइज तो बाद नेक्स्ट चीज़ की हुई है एनर्जी क्राइसिस देखो ਜਿਹੜਾ ਪ੍ਰਾਈਸ ਰਾਈਜ਼ ਆ ਇਹਦੀਆਂ ਐਗਜ਼ਾਮਪਲਸ ਵੀ ਇਹ ਵੀ ਬਹੁਤ ਕਾਮਨ ਆ ਹੁਣ ਅਸੀਂ ਕੋਈ ਚੀਜ਼ ਇੱਕ ਚੀਜ਼ ਸਾਨੂੰ ਚਾਹੀਦੀ ਆ ਉਸ ਚੀਜ਼ ਦੀ ਹਾਂ ਲਾਈਕ ਫॉर ਐਗਜ਼ਾਮਪਲ ਰੀਸੈਂਟਲੀ ਸੈਨੀਟਾਈਜ਼ਰਸ ਹੈ ਨਾ
ਜਿਹੜਾ 10 ਰੁਪਏ ਵਾਲਾ ਸੈਨੀਟਾਈਜ਼ਰ ਆ ਉਹ ਤੁਹਾਨੂੰ 50 ਰੁਪੀਜ਼ ਮਾਰਕੀਟ ਦੇ ਵਿੱਚ ਮਿਲ ਰਿਹਾ ਸੀਗਾ ਐਂਡ 50 ਤੋਂ ਵੀ ਵੱਧ 100 ਦੇ ਵਿੱਚ ਵੀ ਸੇਲ ਹੋਇਆ ਆ। ਦ ਮਾਸਕ ਵੀ ਵੀਅਰ ਟੂ ਪ੍ਰੋਟੈਕਟ ਅਸ ਫਰੋਮ ਕਰੋਨਾ ਨਾਓ ਅ ਡੇਜ਼, ਉਹ ਇੱਕ ਜਸਟ ਇੱਕ ਕੱਪੜੇ ਵਾਲਾ ਮਾਸਕ, ਉਹ ਜਿਹੜਾ ਕਿ ਜਿਹਦੀ ਕਿ ਐਕਚੁਅਲ ਵੈਲਿਊ 20 ਰੁਪੀਜ਼ ਵੀ ਨਹੀਂ ਹੈਗੀ, ਉਹ ਕਿੰਨੇ 'ਚ ਸੇਲ ਹੋ ਰਿਹਾ ਹੈਗਾ ਆ, ਅਬਵ 50, ਹੈ ਨਾ। ਤੇ these rises in the price of anything due to overpopulation, because the people are higher in number, which demand for those things and the production of those things is low, ठीक है। then next हैगा एनर्जी क्राइसिस। एनर्जी क्राइसिस ਦੇ ਵਿੱਚ ਕੀ ਆ, ਹੁਣ ਅੱਜ ਕੱਲ੍ਹ ਆਪਾਂ ਕੀ ਕਰ ਰਹੇ ਹੈਗੇ ਆ, ਇੱਕ ਘਰ ਦੇ ਵਿੱਚ ਹੀ 4 ACs ਯੂਜ਼ ਕਰ ਰਹੇ ਹੈਗੇ ਆ, ਹੈ ਨਾ। ਅਤੇ ਅਸੀਂ ਜਿਹੜੀ ਐਨਰਜੀਜ਼ ਹੈਗੀਆਂ, ਇਹ ਜਿਹੜੀ ਵੀ ਇਲੈਕਟ੍ਰੀਕਲ ਐਨਰਜੀ ਆ, ਇਹ ਆਲ ਇਨ ਆਲ ਤਾਂ ਕਿਤਿਓਂ ਨੈਚੁਰਲ ਸੋਰਸਿਸ ਤੋਂ ਹੀ ਬਣਦੀ ਆ ਨਾ। ਹਾਈਡਰੋ ਪਾਵਰ ਪਲਾਂਟਸ ਨੇ ਜਾਂ ਵਿੰਡ ਪਾਵਰ ਪਲਾਂਟਸ ਨੇ ਜਿਨ੍ਹਾਂ ਤੋਂ ਇਲੈਕਟ੍ਰੀਸਿਟੀ ਬਣਦੀ ਆ। ਐਂਡ ਉਹ ਜਿਹੜੀ ਐਨਰਜੀ ਆ, ਵੈਨਐਵਰ ਵੀ ਆਰ not having the demand of that energy, ਤੇ ਸਾਨੂੰ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਉਹਨੂੰ ਬਚਾਉਣਾ ਚਾਹੀਦਾ ਆ, ਠੀਕ ਆ। ਲਾਈਕ ਫੋਰ ਐਗਜ਼ਾਮਪਲ ਹੁਣ ਤੁਹਾਡੇ ਰੂਮ ਦੇ ਵਿੱਚ ਵੀ ਬਲਬ ਦੀ ਜ਼ਰੂਰਤ ਨਹੀਂ ਹੈ ਜਿਹੜਾ ਕਿ ਚੱਲ ਰਿਹਾ ਆ, ਠੀਕ ਆ। ਅਤੇ ਉਹ ਕਿਉਂ ਚੱਲ ਰਿਹਾ ਆ, ਬਿਕੋਜ਼ ਤੁਹਾਡੀਆਂ ਜਿਹੜੀਆਂ ਮੋਰਲ ਡਿਊਟੀਜ਼ ਆ ਉਹ 'ਚ ਕਮੀ ਆ, ਠੀਕ ਆ। ਐਂਡ ਦੂਸਰੀ ਚੀਜ਼ ਇਹ ਆ ਕਿ ਤੁਹਾਨੂੰ ਪਤਾ ਕਿ ਤੁਸੀਂ ਬਿਲਸ ਖੁਦ ਪੇ ਨਹੀਂ ਕਰਨੇ ਹੈਗੇ, ਓਕੇ। ਸੋ ਜਦੋਂ ਅਸੀਂ ਐਨਰਜੀ ਦਾ ਓਵਰ ਯੂਜ਼ ਕਰਦੇ ਹਾਂ ਤਾਂ ਐਨਰਜੀ ਕ੍ਰਾਈਸਿਸ ਵੀ ਆਉਂਦਾ ਆ। ਓਵਰ ਯੂਜ਼ ਕਦੋਂ ਕਰਦੇ ਹਾਂ, ਜਦੋਂ ਓਵਰ ਪਾਪੂਲੇਸ਼ਨ ਆ, ਠੀਕ ਆ। ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਰਿਲੇਟਡ ਆ। ਫਿਰ ਨਾਓ what we have to do is the methods। ਕਿਹੜੇ ਮੈਥਡਸ ਆ ਜਿਨ੍ਹਾਂ ਨਾਲ ਅਸੀਂ ਪਾਪੂਲੇਸ਼ਨ ਕੰਟਰੋਲ ਕਰ ਸਕਦੇ ਹੈਗੇ ਆ, ਮੈਥਡਸ ਟੂ ਕੰਟਰੋਲ ਦਾ ਪਾਪੂਲੇਸ਼ਨ, ਠੀਕ ਆ। ਮੈਥਡਸ ਟੂ ਕੰਟਰੋਲ ਪਾਪੂਲੇਸ਼ਨ। ਹੁਣ ਇਹ ਜਿਹੜੇ ਮੈਥਡਸ ਨੇ ਪਾਪੂਲੇਸ਼ਨ ਕੰਟਰੋਲ ਕਰਨ ਦੇ, ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਤਾਂ ਅਵੇਅਰਨੈਸ ਆਉਂਦੀ ਹੈਗੀ ਆ। ਅਵੇਅਰਨੈਸ ਉੱਥੇ ਵੀ ਸੀਗੀ ਜਦੋਂ ਪਾਪੂਲੇਸ਼ਨ ਵਧੀ ਸੀ, ਅਤੇ ਇੱਥੇ ਵੀ ਅਵੇਅਰਨੈਸ ਆਉਣੀ ਆ। ਬਿਕੋਜ਼ ਜੇ ਲੋਕ ਅਵੇਅਰ ਹੋਣਗੇ ਇਹਨਾਂ ਸਭ ਚੀਜ਼ਾਂ ਤੋਂ, ਜੋ ਵੀ ਅਸੀਂ ਡਰੋਬੈਕਸ ਕੀਤੇ ਓਵਰ ਪਾਪੂਲੇਸ਼ਨ ਦੇ, ਤਾਂ ਓਬਵੀਅਸਲੀ ਪਾਪੂਲੇਸ਼ਨ ਕੰਟਰੋਲ ਹੋਊਗੀ, ਠੀਕ ਆ। ਦੈਨ ਐਜੂਕੇਸ਼ਨ ਵੀ ਆ ਗਿਆ, ਠੀਕ ਆ। ਏਜ ਆਫ ਮੈਰਿਜ ਜਿਹੜੀ ਹੈਗੀ ਉਹਨੂੰ ਫਿਕਸ ਕਰ ਦਿੱਤਾ ਜਾਵੇ, ਸੋ ਕਿ ਲੇਟਰ ਏਜ ਦੇ ਵਿੱਚ ਮੈਰਿਜਸ ਹੋਣਗੀਆਂ ਤਾਂ ਪ੍ਰੋਡਕਸ਼ਨ ਰੇਟ ਥੋੜ੍ਹਾ ਸਲੋ ਡਾਊਨ ਹੋਊਗਾ। ਬਿਕੋਜ਼ ਜਿਹੜੀ ਫਰਟੀਲਿਟੀ ਵਾਲੀ ਏਜ ਹੁੰਦੀ ਹੈਗੀ ਹੈ, ਦੈਟ ਕਮਸ ਬਿਟਵੀਨ 18 to 35 40 or 45, ਠੀਕ ਆ। ਅਤੇ ਲੇਟਰ ਏਜਸ ਦੇ ਵਿੱਚ ਮੈਰਿਜਸ ਦੇ ਵਿਲ ਕਮ ਵਿਦ ਦ ਰਿਜ਼ਲਟ ਆਫ ਲੋ ਪਾਪੂਲੇਸ਼ਨ, ਠੀਕ ਆ। ਦੈਨ ਫੈਮਿਲੀ ਪਲੈਨਿੰਗ ਮੈਥਡਸ ਹੋ ਗਿਆ। ਹੁਣ ਜਿਹੜੇ ਫੈਮਿਲੀ ਪਲੈਨਿੰਗ ਮੈਥਡਸ ਆ, ਫਿਰ ਇੱਥੇ ਸਾਡੇ ਕੋਲ ਐਜੂਕੇਸ਼ਨ ਆ ਗਈ ਸੀਗੀ, ਐਜੂਕੇਸ਼ਨ, ਠੀਕ ਆ। ਦੈਨ ਥਰਡ ਨੰਬਰ ਦੇ ਉੱਤੇ ਇੱਥੇ ਇਹਨਾਂ ਨੇ ਫੈਮਿਲੀ ਪਲੈਨਿੰਗ। ਜਿਹੜੀ ਫੈਮਿਲੀ ਪਲੈਨਿੰਗ ਆ, ਫੈਮਿਲੀ ਪਲੈਨਿੰਗ ਦੇ ਅਲੱਗ-ਅਲੱਗ ਮੈਥਡਸ ਆ ਜੋ ਕਿ ਅਸੀਂ ਇਸ ਚੈਪਟਰ 'ਚ ਡਿਸਕਸ ਕਰਨੇ ਆ। ਉਹਦੇ ਵਿੱਚ ਉਹਨੇ ਫੈਮਿਲੀ ਪਲੈਨਿੰਗ ਮੈਥਡਸ ਦੇ ਵਿੱਚ ਫਸਟ ਆਫ ਆਲ ਬਰਥ ਕੰਟਰੋਲ ਮੈਜਰਸ ਜਿਹੜੇ ਦਿੱਤੇ ਆ, ਬਰਥ ਕੰਟਰੋਲ ਮੈਜਰਸ ਇਹ ਅਲੱਗ-ਅਲੱਗ ਤਰ੍ਹਾਂ ਦੇ ਦਿੱਤੇ ਹੈਗੇ ਆ। ਕੈਮੀਕਲ ਮੈਥਡਸ, ਕੈਮੀਕਲ, ਫਿਜ਼ੀਕਲ, ਨੈਚੁਰਲ, ਤੇ ਲਾਸਟ ਵਨ ਆਰ ਦਾ ਸਰਜੀਕਲ, ਠੀਕ ਆ। ਗॉट इट। ਜਿਹੜੇ ਕੈਮੀਕਲ ਮੈਥਡਸ ਨੇ ਉਹਦੇ ਵਿੱਚ ਕੀ ਆਉਂਦਾ ਹੈਗਾ ਆ, ਸਪਰਮੀਸੀਡਲ ਜੈਲਸ, ਠੀਕ ਆ। ਸਪਰਮੀਸੀਡਲ ਜੈਲਸ, the contraceptive pills, एक्सेट्रा। जिन्नियां भी स्पर्मिसिडल
सिडल मीनस मारन वालियां, ठीक है। साइड जिहड़ा CID वर्ड हुंदा दैट इज हुंदा डेथ। स्पर्म डेथ दे लई जैल्स एंड कॉन्ट्रासैप्टिव पिल्स हुंदियां आ जिहड़ियां कि ओरल पिल्स फॉर द फीमेल्स एज वेल एज फॉर द मेल्स टू कंट्रोल द बर्थ ऑफ अ चाइल्ड, ठीक है। वो हार्मोनल कॉम्बीनेशनस होंदे आ। कॉन्ट्रासैप्टिव पिल्स जिहड़ियां हैगियां हार्मोनल कॉम्बीनेशन एस्ट्रोजन प्रोजेस्टेरोन दे जिहड़े कि ओवेरियन साइकिल जिहड़ा हैगा एग साइकिल आ उहनूं कंट्रोल करदे आ एंड फर्टिलाइजेशन नूं रोकदे आ, ठीक आ। दैन फिजिकल जिहड़े मैथड्स बर्थ कंट्रोल मैथड्स हैगे आ, द एग्जाम्पल्स ऑफ दीज आर कॉन्डम्स एंड सर्वाइकल कैप्स। ਜਿਹੜੇ ਕੈਮੀਕਲ ਮੈਥਡ ਹੈ ਨਾ ਇਹਦੇ ਵਿੱਚ ਇੱਕ ਇਹਨਾਂ ਨੇ ਇੰਪਲਾਂਟਸ ਵੀ ਕਿਹਾ ਹੁੰਦਾ ਆ। ਇੰਪਲਾਂਟਸ IMPLANTS ਇੰਪਲਾਂਟਸ ਜਿਹੜੇ ਹੁੰਦੇ ਆ they are small stick like structures which we can implant in the female reproductive system to control the ovum, ठीक है। वो भी हार्मोनल इंडक्शंस ही ਹੁੰਦੀਆਂ ਨੇ बेसिकली, ठीक है। तो फिजिकल मैथड्स ये वाले हैगे ने सर्वाइकल कैप्स एंड ऑल, इत्थे किते मॉडल भी हैगा तुसी देख सकते हैं, ठीक है। फिजिकल मैथड्स जिहड़े हैगे आ उन्हां दे विच बेसिकली कि फिजिकली डिवाइसिस जिहड़ियां दीज आर काइंड ऑफ डिवाइसिस, ठीक है। दीज डिवाइसिस आर यूज्ड in the male and the female body to control the unwanted birth, ठीक है। ਜਿਹੜੇ ਹੁਣ ਇਹ ਸਾਡੇ ਕੋਲੇ ਫਿਜ਼ੀਕਲ ਮੈਥਡਸ ਨੇ, ਫਿਜ਼ੀਕਲ ਮੈਥਡਸ ਦੇ ਵਿੱਚ ਜਿਹੜੀਆਂ ਨॉन ਮੈਡੀਕੇਟਡ IUDs ਜਾਂ ਇੰਟਰਾ ਯੂਟਰਾਈਨ ਡਿਵਾਈਸਿਸ, ਇੱਕ ਟਰਮ ਹੁੰਦੀ ਆ IUD ਇੰਟਰਾ ਯੂਟਰਾਈਨ ਡਿਵਾਈਸਿਸ, ठीक है। इन्हां दे विच तुहाडे कोले आ सर्वाइकल कैप्स ट्यूब्स भी आ जाता है या फिर कॉपर्टीज, ठीक है। These are basically the loops T-like structure which have copper ions। ते copper ion जिहड़े हैगे ना स्पर्म दी जिहड़ी मोबिलिटी हैगी है ना उहनूं रिड्यूस करदे हैगे, ठीक है। ते then what is next, again हार्मोनल इम्पलांट्स, ठीक है। हार्मोनल इम्पलांट्स हो गए, बट ये जिहड़ियां चीज़ां हैगियां ने कैमिकल या फिजिकल जिहड़ियां ये डिवाइसिस आ they may have side effects inside the human body, क्योंकि हार्मोनल जदों बैलेंस खराब हुंदा हैगा आ तो वो बॉडी च बहुत सारिया चेंजेस लैके आ सकता है। फॉर एग्जाम्पल वेट गेन और प्रेजेंस ऑफ हेयर, अनवांटेड हेयर ऑन फेस और अदर पार्ट्स ऑफ द बॉडी। there might be some other symptoms also। then the next one is the natural methods ਦੇ ਵਿੱਚ ਇੱਕ ਦੋ methods ਹੀ ਨੇ, natural abstain or coitus interrupt basically before the discharge while there is intercourse, or periodic abstain method or rhythm period method which is basically the concern about the ovarian या ovulation cycle। ओवुलेशन तुसी 3rd चैप्टर च कीता सीगा कि 1 to 28 डे का एक पीरीयड हुंदा हैगा, ठीक है। जदों कि भी 14th डे ते एग रिलीज हुंदा हैगा फीमेल्स दे विच, है ना। 14th डे ते एग रिलीज हुंदा हैगा आफ्टर रिलीज ऑफ द एग दैट ट्राइज टू इम्पलांट इनसाइड द यूट्रस विदिन 4 to 5 days। अगर नहीं इम्पलांट हुंदा 2 to 3 days, सॉरी नॉट 4 to 5, तो फिर वो एग रप्चर कर जाता जिन्हों असीं मैंसुरेशन कह दिंदे आ। तो जदों वो 14th डे तो पहला जदों प्रिपेयर हो रहा है एग, ठीक है, दैट इज़ अ क्रिटिकल पीरीयड फॉर कंसैप्शन, ठीक है। एंड जदों ये आफ्टरवर्ड 15, 16, 17, 18 दैट इज़ द सेफर पीरीयड for intercourse, and afterward again that is a risky period, ठीक है। that is the rhythm period method जिहड़ा कि इन्हें इत्थे डिस्क्राइब किया है कि ओवुलेशन जनरली कहता occur at 14th day
So 13 to 16 days of the cycle are basically comes in the menstruation, and the viability period of ovum is about 2 to 3 days। 2 ਤੋਂ 3 दिन ਜਿਹੜਾ ovum live ਹੁੰਦਾ ਹੈ, ਜਦੋਂ ਰਿਲੀਜ਼ ਹੋ ਜਾਂਦਾ ਲਿਵਿੰਗ, ਉਹਦਾ ਪੀਰੀਅਡ ਆ 2 ਤੋਂ 3 ਦਿਨ ਸਿਰਫ। ਐਂਡ ਵਾਇਬਿਲਿਟੀ ਪੀਰੀਅਡ ਆਫ ਸਪਰਮ ਇਜ਼ ਓਨਲੀ 1 day। ਸਪਰਮ 1 ਦਿਨ ਦੇ ਲਈ ਹੀ ਲਿਵਿੰਗ ਰਹਿ ਸਕਦਾ ਆ ਰਿਲੀਜ਼ ਹੋਣ ਤੋਂ ਬਾਅਦ। ਤੇ the period from the 10th to the 17th day of the menstrual cycle is called as the dangerous, the risk of the fertilization। ठीक आ, got it। ये natural method आ। इस तो इलावा एक natural method होंदा जिहड़ा lactation period, but ये जिहड़े हैगे बहुत ज़्यादा safer methods नहीं हैगे। lactation period it is assumed that somehow it is factful whenever a child is or a suckling is there in a mother's life। भी मतलब एक जड़ा चाइल्ड हैगा या वो मिल्क जड़ा अपनी मदर तो लै रहा मिल्क फीडिंग, ते जड़ी ओव्यूलेशन है ना ओदा रेट रिड्यूस हो जाता है ओव्यूलेशन का। ठीक आ, ते ओ ओबवियसली जो ओव्यूलेशन नहीं होगी तो फिर फर्टिलाइजेशन किद्दां होगी। ठीक आ, ते जड़ा लैक्टेशन एमनोरिया हैगा आ, इट हैज़ बीन नोटिस्ड ड्यूरिंग द पीरियड ऑफ इंटेंस लैक्टेशन आफ्टर बर्थ। ठीक है, ते मदर डजंट अंडरगो menstruation and ovulation while they are feeding to their child। got it। then these two methods are the natural methods to avoid the birth। ठीक है, or to control the birth, but these are again the we can say 60-40% safe, 60% 40% chances। ठीक है, फिर सर्जिकल मैथड्स आ गए। हुण जिहड़े सर्जिकल मैथड्स ने इन्हूं मैं करदा ही रेज, जिहड़े सर्जिकल मैथड्स आ सर्जिकल मैथड्स जिहड़े हैगे आ उन्हां दे विच साडे कोले मेल स्टरलाइजेशन ते फीमेल स्टरलाइजेशन। मेल स्टरलाइजेशन इज बेसिकली व्हाट? वैसेक्टोमी। टोमी इज टू कट। ठीक है, फीमेल स्टरलाइजेशन च ट्यूबैक्टोमी। ट्यूबैक्टोमी ठीक है, ट्यूबैक्टोमी याद रखना फैलोपियन ट्यूब तो। ठीक है, वैसेक्टोमी वास डेफरेंस तो। ठीक है, जी वास डेफरेंस आ उन्होंने कट एंड रीड मतलब कट एंड टाई वी कैन से। जिदा साडे कोले असी रिप्रोडक्टिव सिस्टम पढ़िया सीगा, आ टेस्टिस सी टेस्टिस तो आउंदी सीगी आह है ना। आ जी वास डेफरेंस जा रही सी उपर नूं है ना, इनू कट दिता जाता है। ठीक है, एंड इथों टाई अप कर दिता जाता है। जदों कनैक्शन डिसकंटिन्यू कर दिता गया तो स्पर्म प्रोडक्शन तो बाद वो पहुँच ही नहीं सकूगा टू द जेनेटिलिया एंड द प्रोसैस इज स्टॉप देयर। ठीक है, दैन जी ट्यूबैक्टोमी हैगी आ, ट्यूबैक्टोमी असीं फैलोपियन ट्यूब्स कीतियां सीगियां भी जिदा यूट्रस सीगी है ना, एक साइड ही मैं शो कर रही हाँ भी आ इत्थे सीगा है ना, इदां ही सीगा इत्थे ओवरीज ते आ जिहड़ी फैलोपियन ट्यूब आ इनू इत्थों कट के टाई अप कर दिता जाता थ्रैड नाल। मतलब जो भी सर्जिकल मैथड्स आ जो भी चीज़ां उन्हां दे यूज च आउंदियां हैगियां ने सर्जिकल थ्रैड्स एंड ऑल ਉਹਦੇ ਨਾਲ ਉਹਨੂੰ टाई अप कर दिता जाता ताकि ਜਿਹੜਾ ओवम प्रोड्यूस ਹੁੰਦਾ ਉਹ ਅੱਗੇ ਜਾ ਨਾ ਸਕੇ। ठीक आ, या स्पर्म अंदर जा ना सके। ठीक आ, ओके ये हो गए ट्यूबैक्टोमी एंड वैसेक्टोमी। एक ओवरैक्टोमी हुंदा रिमूवल ऑफ ओवरीज, टोटली ओवरीज ही रिमूव कर देना। ठीक आ, ठीक है, तो मेल दे विच स्टरलाइजेशन मैथड एक हुंदा कैस्ट्रेशन मैथड, दैट इज़ द रिमूवल ऑफ टेस्टिस। ठीक है, जिहड़ा कैस्ट्रेशन मैथड आ दैट इज़ रिमूवल ऑफ जिहड़ा कैस्ट्रेशन आ एंड ओवरैक्टोमी है, दीज आर द परमानेंट
स्टरलाइजेशन मैथड्स, ठीक है। दीज आर द परमानेंट मैथड्स। आ जिहड़े हैगे ने इन्हां नूं माइट बी आपां टैंपरेरी कह सकते हैं कि लोड़ पैण ते दोबारा सर्जिकली कंबाइन किए जा सकते हैं ट्यूब्स, ठीक है। बट आ क्रिटिकल प्रोसैस, ठीक है। ट्यूबल लाइगेशन भी सेम ही हुंदा, फिलोपियन ट्यूब्स नूं ब्लॉक कर दिता जाता हैगा आ, जिन्हां नूं फिर ब्लॉकेज नूं खोलिया भी जा सकता लैप्रोस्कोपी की हैल्प नाल, ताकि दोबारा उन्होंने फर्टाइल जे बनाउणा है असीं फीमेल नूं तो वो फर्टिलाइजेशन शो कर सकें। गॉट इट, ठीक है। सो दिस वाज ऑल अबाउट द methods to control population, or we can say overpopulation. Now another topic